गुड मॉर्निंग स्टूडेंट्स। बेटे आप टॉपिक कर रहे थे एजुकेशन एंड स्कोप। एजुकेशन का स्कोप की गल कर रहे थे। उसके पिछले लेक्चर के आपने उसके कुछ पॉइंट्स को डिस्कस करता सी। उस तो अगले पॉइंट्स को आप डिस्कस करांगे। फर्स्ट पॉइंट एंड सेकंड पॉइंट जो आप डिस्कस कर चुके थे। फर्स्ट पॉइंट भी डिस्कस कर चुके। सेकंड फर्स्ट पॉइंट सी वेरी वाइड स्कोप, सेकंड पॉइंट सी ब्रॉडर देन स्कूलिंग ते थर्ड पॉइंट सी एक पावरफुल एंड कंप्लीट डिसिप्लिन। और पावरफुल एंड कंप्लीट डिसिप्लिन दे सब पॉइंट्स जेडे ਆਪਾਂ कर रहे सी ते ਉਹ सब पॉइंट्स ਦੇ ਜਿਹੜਾ थर्ड पॉइंट से जेडे ਆਪਾਂ एजुकेशनल फिलॉसफी, एजुकेशनल साइकोलॉजी, एजुकेशनल सोशियोलॉजी तीनों पॉइंट्स ਆਪਾਂ डिस्कस कर चुके हैं। ਤੇ ਹੁਣ 4 पॉइंट हिस्ट्री ऑफ एजुकेशन भी ਜਿਹੜਾ ਆਪਾਂ डिस्कस कर चुके सी। ਹੁਣ 5th पॉइंट ਜਿਹੜਾ ਆਪਾਂ डिस्कस ਕਰਨ ਜਾਵਾਂਗੇ कंपैरेटिव एजुकेशन। ਹੁਣ ਇਸ ਦੇ E पॉइंट कंपैरेटिव एजुकेशन ਦੀ ਜਿਹੜੀ ਹੈ ਆਪਾਂ ਗੱਲ ਕਰਾਂਗੇ। ਹੁਣ कंपैरेटिव एजुकेशन ਦੀ ਗੱਲ ਕਰੀਏ ਤਾਂ कंपैरेटिव एजुकेशन ਦੇ ਵਿੱਚ ਕੀ ਲੈ ਕੇ ਚੱਲਾਂਗੇ बेटे। कंपैरेटिव मतलब तुलनात्मक, आपस ਦੇ ਵਿੱਚ कंपेयर करना, कंपैरिजन करना। ਜਿਹੜੀ ਇਹ ਸ਼ਾਖਾ ਹੈ एजुकेशन ਦੀ, ਜਿਹੜੀ ਇਹ ਸ਼ਾਖਾ ਹੈ ਇਹ ਦੋ ਦੇਸ਼ਾਂ ਵਿਚਲੀਆਂ ਚੀਜ਼ਾਂ एजुकेशन सिस्टम ਨੂੰ ਜਿਹੜਾ ਹੈ कंपेयर ਕਰਦੀ ਹੈ। ਇਹ प्राइवेट एंड गवर्नमेंट सेक्टर ਦੇ ਜਿਹੜੇ ਸਟੱਡੀ ਬੇਸ ਨੂੰ एजुकेशन ਨੂੰ ਜਿਹੜੀ ਹੈ कंपेयर ਕਰਦੀ ਹੈ ਕਿ ਕਿਹੜਾ ਜ਼ਿਆਦਾ ਬੈਸਟ ਚੱਲ ਰਿਹਾ ਹੈ ਤੇ ਕਿਹੜੇ ਮੈਥਡ ਦੇ ਨਾਲ ਜਿਹੜੀ ਹੈ ਸਟੱਡੀ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਸਕਦੀ ਹੈ, ਕਿਹੜੇ ਮੈਥਡ ਦੇ ਨਾਲ ਵੱਧ ਤੋਂ ਵੱਧ ਜਿਹੜਾ ਹੈ ਕੁਆਲਿਟੀ ਨੂੰ ਬਾਹਰ ਕੱਢਿਆ ਜਾ ਸਕਦਾ ਹੈ, ਸਟੇਟਸ ਨੂੰ ਜਿਹੜਾ ਹੈ ਉਹ ਵਧਾਇਆ ਜਾ ਸਕਦਾ ਹੈ। ਤੇ ਕੰਪੈਰੀਟਿਵ ਜੀ ਬੇਟੇ ਕੰਪੈਰੀਟਿਵ ਐਜੂਕੇਸ਼ਨ ਹੀ ਇੱਕ ਅਜਿਹੀ ਸ਼ਾਖਾ ਹੈ, ਅਜਿਹਾ ਅਧਿਐਨ ਦਾ ਖੇਤਰ ਹੈ ਜਿਸ ਦੇ ਰਾਹੀਂ ਕਿ ਦੋ ਦੇਸ਼ਾਂ ਵਿਚਲੇ ਐਜੂਕੇਸ਼ਨ ਸਿਸਟਮ ਦਾ ਕੰਪੈਰੀਜ਼ਨ ਹੁੰਦਾ ਹੈ ਤੇ ਅਸੀਂ ਗ੍ਰੇਡਸ ਵੀ ਆਪਣੇ ਇਸ ਦੇ ਅਕੋਰਡਿੰਗਲੀ ਹੀ ਜਿਹੜੀ ਹੈ ਆਪਾਂ ਨੂੰ ਜਿਹੜੀਆਂ ਸਾਰੇ ਹੀ ਵਰਲਡ ਦੀਆਂ ਜਿਹੜੀਆਂ ਬਣੀਆਂ ਹੋਈਆਂ ਹਾਇਰ ਏਜੰਸੀਜ਼ ਨੇ ਜਿਹੜੀਆਂ ਗ੍ਰੇਡਿੰਗ ਕਰਦੀਆਂ ਨੇ ਐਜੂਕੇਸ਼ਨ ਸਿਸਟਮ ਨੂੰ, ਉਸ ਦੇ ਅਕੋਰਡਿੰਗਲੀ ਜਿਹੜਾ ਹੈ ਗ੍ਰੇਡ ਸਿਸਟਮ ਵੀ ਮਿਲਦਾ ਹੈ। ਜਿਵੇਂ ਸਵਾਮੀ ਦਯਾਨੰਦ ਕਾਲਜ ਆਫ ਐਜੂਕੇਸ਼ਨ ਲਹਿਰਾ ਬੇਗਾ ਦੀ ਗੱਲ ਕਰੀਏ ਜਿਸ ਦੇ ਵਿੱਚ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਜਿਸ ਦੇ ਅਕੋਰਡਿੰਗਲੀ ਤੇ ਉਸ ਨੂੰ ਵੀ ਨੈਕ ਨੇ A ਗ੍ਰੇਡ ਦਿੱਤਾ ਹੈ। A ਗ੍ਰੇਡ ਕਿਉਂ ਮਿਲਿਆ ਹੈ, ਗ੍ਰੇਡਿੰਗ ਕਿਉਂ ਮਿਲਦੀ ਹੈ, ਉਹ ਕਿਸ ਦੇ ਨਾਲ ਕੰਪੈਰੀਜ਼ਨ ਕਰਕੇ ਕਿ ਹੋਰ ਕਾਲਜਸ ਦੇ ਕੰਪੈਰੀਜ਼ਨ ਜਾਂ ਹੋਰ ਜਿਹੜੀਆਂ ਆਪਣੀਆਂ ਕੰਟਰੀਜ਼ ਦੇ ਕੰਪੈਰੀਜ਼ਨ ਆਪਣੀ ਕੰਟਰੀ ਜਿਹੜੀ ਹੈ ਉਹ ਐਜੂਕੇਸ਼ਨ ਦੇ ਕਿਸ ਲੈਵਲ ਦੇ ਉੱਤੇ ਕੰਮ ਕਰ ਰਹੀ ਹੈ, ਹੋਰ ਕਾਲਜਸ ਦੇ ਅਕੋਰਡਿੰਗਲੀ ਸਾਡਾ ਜਿਹੜਾ ਕਾਲਜ ਹੈ ਉਹ ਕਿਸ ਲੈਵਲ ਦੇ ਉੱਤੇ ਕੰਮ ਕਰ ਰਿਹਾ ਹੈ। ਤਾਂ ਇਹ ਕੰਪੈਰੀਜ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਬੇਟੇ ਗੱਲ ਕਰੀਏ ਕੰਪੈਰੀਜ਼ਨ ਦੇ ਵਿੱਚ ਆਉਂਦੀਆਂ ਹੈ। एम की ऑफ दी एजुकेशन ਦਾ ਮੇਨ ਮੋਟਿਵ ਕੀ ਹੈ, ਸੈਕੰਡਲੀ ਉੱਥੇ ਕਿਹੜੇ ਟੀਚਿੰਗ ਦੇ ਜਿਹੜੇ ਮੈਥਡਸ ਨੇ, ਕਿਹੜੇ ਟੀਚਿੰਗ ਮੈਥਡ ਯੂਜ਼ ਕੀਤੇ ਜਾ ਰਹੇ ਨੇ, ਉੱਥੇ ਦਾ ਕਰਿਕੂਲਮ ਕਿੱਦਾਂ ਦਾ ਹੈ, ਉੱਥੇ ਦੀ ਕਰਿਕੂਲਮ ਐਕਟੀਵਿਟੀਜ਼ ਕਿਹੜੀਆਂ ਨੇ, ਉਹ ਸਾਰੀਆਂ ਜਿਹੜੀਆਂ ਨੇ ਕੰਪੈਰੀਜ਼ਨ ਦੇ ਵਿੱਚ ਆਉਂਦੀਆਂ ਨੇ। ਸਾਰੇ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਹੈ ਉਹ ਕੰਪੈਰੀਜ਼ਨ ਕੀਤਾ ਜਾਂਦਾ ਹੈ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੰਪੈਰੀਜ਼ਨ ਕੀਤਾ ਜਾਂਦਾ ਹੈ ਤਾਂ ਹੀ ਕਿਤੇ ਜਾ ਕੇ ਜਿਹੜਾ ਹੈ ਸਾਡਾ ਇਹ ਜਿਹੜੀ ਫੀਲਡ ਹੈ, ਜਿਹੜੀ ਇਹ ਸ਼ਾਖਾ ਹੈ ਆਪਣਾ ਜਿਹੜਾ ਹੈ ਕੰਮ ਪੂਰਾ ਕਰਦੀ ਹੈ। ਔਰ ਇਸ ਸ਼ਾਖਾ ਦਾ ਮੇਨ ਪਰਪਸ ਵੀ ਇਹੀ ਹੈ ਕਿ ਐਜੂਕੇਸ਼ਨ ਦੇ ਏਮ, ਐਜੂਕੇਸ਼ਨ ਦੇ ਮੈਥਡ, ਐਜੂਕੇਸ਼ਨ ਦੀ ਕਰਿਕੂਲਮ, ਐਜੂਕੇਸ਼ਨ ਦੇ ਟੈਕਸਟ ਬੁੱਕਸ, ਐਜੂਕੇਸ਼ਨ ਦੀਆਂ ਕੋਕੂਲਰ ਐਕਟੀਵਿਟੀਜ਼ ਔਰ ਐਜੂਕੇਸ਼ਨ ਦੇ ਨਾਲ ਰਿਲੇਟਡ ਜਿੰਨੇ ਵੀ ਜਿਹੜੀਆਂ ਸਮੱਸਿਆਵਾਂ ਨੇ ਉਸ ਨਾਲ ਸੰਬੰਧਿਤ ਜਿੰਨਾ ਵੀ ਕੁਝ ਹੱਲ ਹੈ, ਸੋਲੂਸ਼ਨ ਹੈ, ਉਹਨਾਂ ਸਾਰੀਆਂ ਚੀਜ਼ਾਂ ਦਾ ਦੋ ਦੇਸ਼ਾਂ ਦਾ ਜਾਂ ਸਾਰੇ ਦੇਸ਼ਾਂ ਦਾ, ਇੱਕ ਦੇਸ਼ ਨਾਲ ਜਾਂ ਕਾਲਜਸ ਦਾ, ਯੂਨੀਵਰਸਿਟੀਜ਼ ਦਾ, ਸਕੂਲ ਦਾ ਇੱਕ ਲੈਵਲ ਦੇ ਉੱਤੇ ਬਲੌਕ ਵਾਈਜ਼ ਜਾਂ ਸੈਂਟਰ ਲੈਵਲ ਤੇ ਜਿਹੜਾ ਹੈ ਕੰਪੈਰੀਜ਼ਨ ਕਰਦੀਆਂ ਨੇ ਤੇ ਉਸ ਦਾ ਜਿਹੜਾ ਹੈ ਅਧਿਐਨ ਕਰਦੀਆਂ ਨੇ। ਠੀਕ ਹੈ ਬੇਟਾ ਜੀ। ਉਸ ਤੋਂ ਬਾਅਦ ਜਿਹੜੀ ਨੈਕਸਟ ਟੌਪਿਕ ਹੈ ਆਪਣਾ, ਨੈਕਸਟ ਜਿਹੜਾ ਟੌਪਿਕ ਹੈ ਉਹ ਟੌਪਿਕ ਹੈ ਆਪਣਾ एजुकेशनल एडमिनिस्ट्रेशन एंड ऑर्गेनाइजेशन। एजुकेशनल एडमिनिस्ट्रेशन एंड ऑर्गेनाइजेशन, एजुकेशनल
एडमिनिस्ट्रेशन एंड ऑर्गेनाइजेशन। और एडमिनिस्ट्रेशन एंड ऑर्गेनाइजेशन की गल करिए तो कि तुसी सोचते हो भी एडमिनिस्ट्रेशन तो बिना कोई स्कूल, कोई इंस्टीट्यूट, कोई हॉस्पिटल, कोई एजेंसी, कोई देश चल सकता है, कोई वर्ल्ड चल सकता है? नहीं। कोई भी चीज नूं, चाहे वो घर है, चाहे वो परिवार है, चाहे वो सोसाइटी है, चाहे वो स्कूल है, चाहे कोई इंस्टीट्यूट है, कोई कॉलेज है, कोई यूनिवर्सिटी है, तो चाहे आप गल करिए देश की या संसार के अलग अलग देशों की, तो कोई भी इंस्टीट्यूट जिहड़ा है एडमिनिस्ट्रेशन तो बिना नहीं चल सकता। एडमिनिस्ट्रेशन से दा होना एक बहुत ही जरूरी अंग है। ये जिहड़ी शाखा है स्कूल विचले एडमिनिस्ट्रेशन ते ऑर्गेनाइजेशन के प्रबंध बारे अध्ययन करती है कि उस स्कूल दे विच किस तरह का प्रबंध होना चाहिए है। ब्लॉक दे विच लैवल देखना चाहिए है स्कूलिंग का, किहड़े स्कूल किस एरिए दे विच आउंदे ने, ये एरिया किस तरह का है, इत्थे जिहड़ी है एजुकेशन किस तरह की प्रोवाइड की जा सकती है, किस तरह का स्कूल दे विच जिहड़ा है अपना कह लो जिहड़ी निक्की निक्की एडमिनिस्ट्रेशन लगा लो, फर्नीचर तो लैके स्कूलिंग तक बच्चे की पढ़ाई तक, मैथड्स वगैरह या आप करिकुलम वगैरह सारे एडमिनिस्ट्रेशन के ब्लॉक के अंदर आ जाता है। हरेक चीज़ नाल जिहड़ी है उन्होंने एक तालमेल बिठाना होता वो एडमिनिस्ट्रेशन के अंडर आ जाता है। जे एडमिनिस्ट्रेशन के विच लगाइए टीचिंग की जिहड़ी कितनी क्वालिफिकेशन होनी चाहिए है, कितनी सैलरी होनी चाहिए, ये सारा एडमिनिस्ट्रेशन जिहड़ा है वो तय करता है। ऑर्गेनाइजेशन है जिहड़ी वो तय करती है, वो पढ़ाउंदी है। तो इत्थे ये भी गल कही जाती है कि स्कूल संगठन जिहड़ा है विद्यार्थियों की चोण करता है, अध्यापकों की चोण करता है, अध्यापकों की जिहड़ियां नीतियां दी मैथड्स दी जिहड़ी है चोण करता है। जे कोई प्रदर्शनी लगाणियां ने, पब्लिकेशनस कह लो जिन्होंने पब्लिकेशनस लगाणियां ने, या कोई लैब की सैटलमेंट है या लाइब्रेरी की सैटलमेंट है, वो सारी की है बिल्डिंग की सैटलमेंट है, तो किहदे विच आउंदी है एडमिनिस्ट्रेशन ब्रांच दे विच आउंदी है। एक एडमिनिस्ट्रेशन जिहड़ा है वो स्कूल दे लैवल दे उत्ते स्कूल दे विच की नीड्स ने, की स्कूल दीयां नीड्स ने, की उसका बजट है, की उसकी इनकम है, सारियां ही चीज़ों का जिहड़ा है वो अध्ययन करता है। ये भी एक सिक्ख्या का खेतर है। सिक्ख्या के खेतर दे विच जिहड़ियां ये सारियां चीज़ां आपां नूं कवर करदियां ने। ठीक है बेटा जी, हुण एजुकेशनल एडमिनिस्ट्रेशन एंड ऑर्गेनाइजेशन जिहड़ा है सानूं इन्हां चीज़ां नाल जिहड़ा संबंध स्थापित करके ये चीज़ां का जिहड़ा है अध्ययन करता है। संस्था की गल करिए तो एक संस्था किवें बनती है, उसनूं किवें चलाया जाता है, उसदे विच की जरूरी है, उसनूं होर किस तरीके नाल डिवेलप किया जा सकता है, उसदे विच वाधा किवें किया जा सकता है, ग्रोथ किवें की जा सकती है, वो सारा एजुकेशनल एडमिनिस्ट्रेशन एंड ऑर्गेनाइजेशन दे विच आउंदा है। तो नेक्स्ट है बेटा अपना टीचिंग ऑफ टेक्निक्स। टेक्निक्स ऑफ टीचिंग, टेक्निक्स ऑफ टीचिंग। हुण टेक्निक ऑफ टीचिंग की जे गल करिए तो इस दे विच साडे टीचिंग मैथड्स आ जाते हैं। किसी का टीचिंग हर एक टीचर का टीचिंग मैथड दूसरे दे टीचिंग मैथड तो जिहड़ा है वो बिल्कुल ही डिफरेंट होता है। कई तरह की पढ़ाई जिहड़ी है सिर्फ एक्सपैरीमेंटल बेस है, ओनली लैब वर्क दे उत्ते। जेकर आपां साइंस दे विच कैमिस्ट्री की गल करिए, फिजिक्स की गल करिए, तो उस दे विच जिहड़ा है
ਐਕਸਪੈਰੀਮੈਂਟਸ ਆ ਜਾਂਦੇ ਨੇ, ਲੈਬ ਦੇ ਵਿੱਚ ਜਿਹੜਾ ਹੈ ਕੰਮ ਕਰਿਆ ਹੋਇਆ ਆਉਣ ਲੱਗ ਜਾਂਦਾ, ਜਿਹੜਾ ਕੈਮਿਸਟਰੀ ਆ ਉਹ ਸਾਰੀ ਹੀ ਲੈਬਸ ਨਾਲ ਰਿਲੇਟਡ ਹੁੰਦੀ ਹੈ। ਤੇ ਕੁਝ ਜਿਹੜੇ ਸਬਜੈਕਟਸ ਨੇ ਓਨਲੀ ਲੈਕਚਰ ਦੇ ਬੇਸ ਹੁੰਦੇ ਨੇ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਐਕਸਪੈਰੀਮੈਂਟਸ ਦੀ ਲੋੜ ਨਹੀਂ ਹੁੰਦੀ। ਤੇ ਕੋਈ ਸਟੱਡੀ ਇਦਾਂ ਦੀ ਹੈ ਜਿਹੜੀ ਟੈਕਨੀਕਲ ਲੈਵਲ ਦੇ ਉੱਤੇ, ਮਤਲਬ ਜਿਹੜੀ ਔਜ਼ਾਰਾਂ ਦੇ ਨਾਲ ਹੀ, ਜਿਹੜੇ ਸੰਦਾਂ ਦੇ ਨਾਲ ਹੀ ਜਿਹੜੇ ਆਪਾਂ ਹਥਿਆਰ ਵਰਤਦੇ ਆ, ਮਤਲਬ ਜਿਹੜੇ ਟੂਲਸ ਕਹਿੰਦੇ ਆ, ਜਿਨ੍ਹਾਂ ਨੂੰ ਆਪਾਂ ਟੂਲਸ ਯੂਜ਼ ਕਰਦੇ ਆ, ਉਹਨਾਂ ਟੂਲਸ ਜਿਵੇਂ ਇੰਜੀਨੀਅਰਿੰਗ ਦੇ ਵਿੱਚ ਲਗਾਇਆ ਜਾਵੇ ਤਾਂ ਉੱਥੇ ਟੂਲਸ ਦੀ ਜਿਹੜੀ ਆ ਉਸ ਨੂੰ ਯੂਜ਼ ਕਰਨਾ ਸਿਖਾਇਆ ਜਾਂਦਾ। ਮਕੈਨੀਕਲ ਇੰਜੀਨੀਅਰਿੰਗ ਦੀ ਗੱਲ ਕਰ ਰਹੀ ਹਾਂ, ਟੂਲਸ ਦੀ ਮਸ਼ੀਨਰੀ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ ਜੀ। ਜੇਕਰ ਆਪਾਂ ਆਰਕੀਟੈਕਚਰ ਦੀ ਗੱਲ ਕਰੀਏ ਤਾਂ ਆਰਕੀਟੈਕਚਰ ਦੇ ਵਿੱਚ ਕੀ ਹੁੰਦਾ ਹੈ, ਮੈਪਿੰਗ ਦੀ, ਨਕਸ਼ੇ ਦੀ, ਡਰਾਇੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਅਸੀਂ ਡਰਾ ਕਰਨਾ ਉੱਥੇ ਸਿਖਾਉਂਦੇ ਨੇ, ਵੀ ਇੱਕ ਨਕਸ਼ਾ ਤਿਆਰ ਕਰਨਾ ਹੈ, ਇੱਕ ਬਿਲਡਿੰਗ ਤਿਆਰ ਕਰਨੀ ਹੈ, ਹਾਊ ਟੂ ਇਮੇਜਿਨ, ਕਿਸ ਤਰੀਕੇ ਨਾਲ ਤੁਸੀਂ ਉਸ ਨੂੰ ਆਪਣੇ ਮਾਈਂਡ ਦੇ ਵਿੱਚ ਸੈੱਟ ਕਰ ਲੈਣੇ ਹੋ ਕਿ ਇੰਨਾ ਏਰੀਆ ਹੈ, ਉਸ ਨੂੰ ਕਿਸ ਤਰੀਕੇ ਨਾਲ ਮੈਪਿੰਗ ਕਰਨੀ ਹੈ, ਕਿਸ ਤਰੀਕੇ ਨਾਲ ਅਸੀਂ ਚਾਰ ਦੀਵਾਰੀ ਕਰਨੀ ਹੈ, ਕਿੱਥੇ ਕੀ ਚੀਜ਼ ਬਣਾਉਣੀ ਹੈ, ਉਹ ਸਾਰਾ ਇੱਕ ਨਕਸ਼ੇ ਦੇ ਉੱਤੇ ਜਿਹੜਾ ਹੈ ਡਰਾ ਕਰ ਦਿੱਤਾ ਜਾਂਦਾ ਹੈ। ਉਹ ਕਿਉਂ ਕੀਤਾ ਜਾਂਦਾ ਹੈ, ਤਾਂ ਜੋ ਜਿਹੜਾ ਹੈ ਉਸ ਦਾ ਬੈਸਟ ਰਿਜ਼ਲਟ ਆ ਸਕੇ ਤੇ ਜਿਹੜੀ ਨਿੱਕੀ ਜਗ੍ਹਾ ਹੈ ਉਸ ਦਾ ਵੀ ਕੀ ਹੈ ਬੈਸਟ ਯੂਟਿਲਾਈਜੇਸ਼ਨ ਹੋ ਸਕੇ। ਫੋਰ ਐਗਜ਼ਾਮਪਲ, ਅੱਗੇ ਜਿਹੜੇ ਘਰ ਸੀ ਉਹ ਸਿੰਪਲੀ ਤੌਰ ਤੇ ਬਣ ਜਾਂਦੇ ਸੀ, ਅੱਜ ਕੱਲ੍ਹ ਕੀ ਕੀਤਾ ਜਾਂਦਾ ਹੈ, ਪਹਿਲਾਂ ਇੱਕ ਨਕਸ਼ਾ ਤਿਆਰ ਕਰਵਾ ਲਿਆ ਜਾਂਦਾ ਹੈ ਤਾਂ ਜੋ ਉਹ ਛੋਟੇ ਜਿਹੇ ਏਰੀਆ ਦੇ ਵਿੱਚ ਹੀ, ਛੋਟੀ ਜਗ੍ਹਾ ਦੇ ਵਿੱਚ ਹੀ ਵੱਧ ਜਿਹੜੀਆਂ ਫੈਸਿਲਿਟੀਜ਼ ਨੇ ਜਾਂ ਵੱਧ ਸਾਨੂੰ ਜਿਹੜੀਆਂ ਸਹੂਲਤਾਂ ਨੇ ਉਹ ਪ੍ਰੋਵਾਈਡ ਹੋ ਸਕਣ। ਜਿਵੇਂ ਛੋਟੀ ਜਿਹੀ ਜਗ੍ਹਾ ਨੂੰ ਯੂਟਿਲਾਈਜ਼ ਕਰ ਲੈਣਾ, ਜੇ ਕਿਸੇ ਦੀ ਸਪੋਜ਼ ਦੈਟ ਉੱਪਰ ਛੱਤ ਪੌੜੀਆਂ ਸੀੜੀਆਂ ਜਾ ਰਹੀਆਂ ਨੇ, ਜਾਂ ਆਪਾਂ ਸਟੇਅਰਸ ਦੀ ਗੱਲ ਕਰਦੇ ਹਾਂ, ਸਟੇਅਰਸ ਜਾ ਰਹੀਆਂ ਨੇ, ਸਟੇਅਰਸ ਦੇ ਨੀਚੇ ਜਿਹੜੀ ਜਗ੍ਹਾ ਬਣੀ ਹੋਈ ਹੈ ਉਸ ਨੂੰ ਵੀ ਮੰਦਿਰ ਦੇ ਪੂਜਾ ਰੂਪ ਦੇ ਵਿੱਚ ਯੂਜ਼ ਕਰ ਲਿਆ, ਜਾਂ ਬਾਥਰੂਮ ਦੇ ਰੂਪ ਜਾਂ ਕਿਚਨ ਦੇ ਰੂਪ, ਮਤਲਬ ਉਸੇ ਤਰ੍ਹਾਂ ਵੀ ਜਾਂ ਸਟੱਡੀ ਰੂਮ ਦੇ ਉਸ ਛੋਟੇ ਜਿਹੇ ਏਰੀਆ ਨੂੰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਹੈ ਯੂਟਿਲਾਈਜ਼ ਕਰ ਲੈਂਦੇ ਆ। ਤਾਂ ਟੈਕਨੀਕਸ ਆਫ ਟੀਚਿੰਗ ਜਿਹੜੀਆਂ ਹੈ ਉਹ ਕਿਹੜੀਆਂ ਵਰਤੀਆਂ ਜਾ ਰਹੀਆਂ ਨੇ, ਉਹਨਾਂ ਮੈਥਡਸ ਦੇ ਨਾਲ ਕਿਹੋ ਜਿਹੇ ਰਿਜ਼ਲਟ ਆ ਰਹੇ ਨੇ, ਉਹਨਾਂ ਮੈਥਡ ਦੇ ਵਿੱਚ ਕੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ, ਇਹ ਸਾਰੀ ਇਹ ਜਿਹੜੀ ਸ਼ਾਖਾ ਹੈ ਉਹ ਅਧਿਐਨ ਕਰਦੀ ਹੈ। ਪਹਿਲਾਂ ਕੀ ਕਿਹਾ ਜਾਂਦਾ ਸੀਗਾ ਕਿ ਫੋਰ ਐਗਜ਼ਾਮਪਲ ਜੇ ਇੰਗਲਿਸ਼ ਦੀ ਗੱਲ ਕਰੀਏ ਤਾਂ ਪਹਿਲਾਂ ਜਿਹੜੀ ਹੈ ਕਲਾਸਿਸ ਦੇ ਵਿੱਚ ਇੰਗਲਿਸ਼ ਪੜ੍ਹਾਈ ਜਾਂਦੀ ਸੀ ਇੱਕ 올ਡ ਮੈਥਡ ਦੇ ਰਾਹੀਂ, ਟ੍ਰਾਂਸਲੇਸ਼ਨ ਮੈਥਡ ਦੇ ਰਾਹੀਂ, ਵੀ ਪਹਿਲਾਂ ਇੰਗਲਿਸ਼ ਪੜ੍ਹ ਲਈ ਫਿਰ ਉਸ ਦੀ ਜਿਹੜੀ ਪੰਜਾਬੀ ਟ੍ਰਾਂਸਲੇਸ਼ਨ ਕਰਤੀ। ਤਾਂ ਹੌਲੀ ਜਿਹੜਾ ਹੈ ਸਟੈਪ ਬਾਏ ਸਟੈਪ ਸਲੋਲੀ ਜਿਹੜਾ ਹੈ ਉਸ ਦੇ ਵਿੱਚ ਚੇਂਜਸ ਆਈਆਂ। ਕੀ ਚੇਂਜਸ ਆਈਆਂ ਕਿ ਅੱਜ ਜਿਹੜੀ ਕਲਾਸ ਦੇ ਵਿੱਚ ਟੀਚਿੰਗ ਹੈ, ਟੀਚਰ ਇੰਗਲਿਸ਼ ਰੀਡ ਕਰਦਾ ਹੈ, ਉਸ ਤੋਂ ਬਾਅਦ ਉਸੇ ਦਾ ਇੱਕ ਨਿਚੋੜ ਕੱਢ ਕੇ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਸਮਝਾਇਆ ਜਾਂਦਾ। ਉਹ ਇੱਕ 올ਡ ਜਿਹੜਾ ਮੈਥਡ ਹੈ, ਗ੍ਰਾਮੈਟਿਕਲ ਮੈਥਡ ਹੈ, ਉਸ ਨੂੰ ਬਿਲਕੁਲ ਚੇਂਜ ਕਰ ਦਿੱਤਾ ਗਿਆ, ਉਸ ਨੂੰ ਪ੍ਰੈਕਟੀਕਲ ਲੈਵਲ ਦੇ ਉੱਤੇ ਲੈ ਆਂਦਾ ਗਿਆ। ਔਰ ਅੱਜ ਦੇ ਜੇ ਮੋਸਟ ਇੰਪੋਰਟੈਂਟ ਗੱਲ ਕਰੀਏ ਤਾਂ ਉਹ ਇਹ ਹੈ ਕਿ ਟੀਚਿੰਗ ਜਿਹੜੀ ਸਾਰੀ ਹੀ ਹੈ ਇੱਕ ਉਸ ਨੂੰ ਪ੍ਰੈਕਟੀਕਲ ਵੇ ਨਾਲ, ਕਹਿੰਦੇ ਸੁਣਨ ਨਾਲੋਂ ਦੇਖਣ ਦਾ ਜਿਹੜਾ ਇਫੈਕਟ ਹੈ ਉਹ ਐਜੂਕੇਸ਼ਨ ਸਿਸਟਮ ਦੇ ਉੱਤੇ ਜ਼ਿਆਦਾ ਹੈ। ਅੱਜ ਕੱਲ੍ਹ ਜਿਹੜੇ ਆਪਾਂ ਗੱਲ ਕਰਦੇ ਆ ਸਮਾਰਟ ਸਕੂਲਸ ਦੀ, ਸਕੂਲਿੰਗ ਦੇ ਵਿੱਚ ਜਿਹੜੇ ਸਮਾਰਟ ਬੋਰਡਸ ਲੱਗ ਗਏ ਆ, ਸਮਾਰਟ ਟੈਕਨੀਕਸ ਆ ਗਈਆਂ ਨੇ, ਤਾਂ ਉਹਦੇ ਨਾਲ ਜਿਹੜਾ ਟੀਚਿੰਗ ਜਿਹੜੀ ਆ ਉਹ ਇਫੈਕਟ ਹੋਈ ਹੈ, ਟੀਚਿੰਗ ਜਿਹੜੀ ਆ ਉਹ ਜ਼ਿਆਦਾ ਕੁਆਲਿਟੇਟਿਵ ਹੋਈ ਹੈ, ਉਸ ਦੇ ਵਿੱਚ ਜ਼ਿਆਦਾ ਕੁਆਲਿਟੀ ਆਈ ਹੈ। ਤਾਂ ਜਿਹੜੇ ਟੀਚਿੰਗ ਦੀਆਂ ਟੈਕਨੀਕਸ ਨੇ ਉਹ ਇਸੇ ਲਈ ਨਵੀਆਂ ਤੋਂ ਨਵੀਆਂ ਡਿਵੈਲਪ ਹੋ ਰਹੀਆਂ ਨੇ ਕਿਉਂਕਿ ਇਹ ਜਿਹੜੀ ਸ਼ਾਖਾ ਹੈ ਉਹਨਾਂ ਟੈਕਨੀਕਸ ਦਾ ਜਿਹੜਾ ਹੈ ਅਧਿਐਨ ਕਰ ਰਹੀ ਹੈ। ਉਹਨਾਂ ਟੀਚਿੰਗ ਦੇ ਜਿਹੜੀਆਂ ਏਡਸ ਨੇ, ਜਿਹੜੀਆਂ ਟੀਚਿੰਗ ਦੀਆਂ ਏਡਸ ਨੇ, ਜਿਵੇਂ ਚਾਰਟਸ ਲਗਾ ਲਓ, ਮॉडल्स लगा लो, वीडियोस लगा लो, वीडियो कॉन्फ्रेंसिंग लगा लो, या जेड़ी स्क्रीनिंग है स्क्रीनिंग लगा लो। तो जड़ियां सारियां टेक्निक से डे बाय डे इन्हां दी क्वालिटी दे विच जड़ी है इंप्रूवमेंट होंदी जा रही है। जिवें मॉडल की गल करिए तो अगे की हुंदा सी, एक सिंपल मॉडल तैयार कर लेना सीगा, भी एक बोर्ड लै लिया, उस उत्ते कुछ चिपकेता या कटिंग करके लगा दी। आजकल की वर्किंग मॉडल्स की गल हो रही है कि वो जो प्रोजेक्ट्स ने, साइंस के प्रोजेक्ट्स की गल करिए तो साइंस के प्रोजेक्ट भी जड़े ने वो वर्किंग करके दिखाए जाते हैं। तो जे असं गल करिए इसे एनीमेशन की गल करिए, एनीमेशन के भी बच्चों को जोड़ा है
बहुत कुछ सिखाया जा रहा है। जिवें हुण SST की गल करिए तो उस वर्किंग जिहड़े मॉडर्न वर्किंग करके उसदे विचों लावा कढ़दे हुए दिखाते हैं। जिहड़ियां अलग-अलग टेक्निक्स जिहड़ियां आ रही ने, नवीआं तो नवीआं टेक्निक्स जिहड़ियां ने डिवेलप हो रही ने। जे सोशल मीडिया की गल करिए तो उसदे जिहड़े यूट्यूब चैनल यूट्यूब के उत्ते भी कई टीचर्स ने अपनी टेक्निक्स के द्वारा जिहड़ा है किसी भी ABC नूं जिहड़ा सिखाया गया है, या 1 2 3 2 1 2 जिहड़ी है मतलब काउंटिंग की गल करिए तो वो सिखाई गई है, या अदर जिहड़े होर भी जे हाई लेवल ते तो लैक्चर्स नूं ये स्लाइड शोज के द्वारा समझाया गया। तो जिहड़ियां वक्रियां वक्रियां टेक्निक्स ने वो एजुकेशन नूं जिहड़ा है वो इफेक्ट करदियां ने। तो जिहड़ी ये शाखा है वो नवीआं तो नवीआं टेक्निक्स नूं डिवेलप करने की कोशिश करती है, तां जो जिहड़ा साडा एजुकेशन सिस्टम है वो होर ज़्यादा क्वालिटी वाला हो जाए, होर ज़्यादा जिहड़ा है इंप्रूव हो जाए, उस होर ज़्यादा जिहड़ा बेस्ट जिहड़ी है आउटपुट आ सके। ठीक है बेटा जी। ते नेक्स्ट पॉइंट जिहड़ा है अपना अदर फील्ड्स ऑफ स्टडी, अदर फील्ड्स ऑफ स्टडी। हुण अदर फील्ड्स किहड़े ने बेटे? अदर फील्ड्स ऑफ स्टडी एजुकेशनल टेक्नोलॉजी आ गई, कंपैरेटिव एजुकेशन आ गई, इवैल्यूएशन मेजरमेंट एंड इवैल्यूएशन आ गई, हेल्थ फिजिकल एजुकेशन आ गई। जे आपां होर गल करिए डेवलपमेंट ऑफ एजुकेशन सिस्टम आ गया। ते जे होर फील्ड्स की गल करिए आपां टीचिंग ऑफ इकोनॉमिक्स आ गई, जिहड़ी मैनेजमेंट आ गया, एजुकेशनल मैनेजमेंट आ गई। जां होर आपां गल करिए तां कंप्यूटर एजुकेशन आ गई, जे आपां होर गल करिए तां इनफॉर्मेशन टेक्नोलॉजी एजुकेशन आ गई। जे होर गल करिए तां उस तो इलावा जिहड़ियां एजुकेशन आ जिवें आपां कह दिंदे आपां एजुकेशनल स्टैटिक्स आ गई, एजुकेशनल मैथमेटिक्स आ गई। तो जिन्नियां भी एजुकेशनल फील्ड ने, जिन्नियां भी अजकल जिहड़ियां ब्रांचेस बन चुकियां ने, वो सारियां दा इस फील्ड दे विच जिहड़ी है अध्ययन किया जाता है। उन्हां दे नाल रिलेटेड जिहड़े ने मैथड्स दे, एम्स दे, करिकुलम दे, करिकुलर एक्टिविटीज दे, जिन्ना भी रिलेटेड उस सब्जैक्ट दे नाल प्रॉब्लम्स ने या जिन्ने भी इशूज ने वो सारे एजुकेशनल स्कोप दे विच आउंदे ने, एजुकेशन दे खेतर दे विच आउंदे ने। ठीक है बेटा जी। ये जिहड़े सीगे तुहाडे सब पॉइंट सीगे ए पावरफुल एंड कंप्लीट डिसिप्लिन दे। और नेक्स्ट जिहड़ा मैं फोर्थ पॉइंट करांगे आपां, फोर्थ पॉइंट। हुण फोर्थ पॉइंट दे विच की है बेटे? एजुकेशनल प्रॉब्लम्स, एजुकेशनल प्रॉब्लम्स। हुण एजुकेशनल प्रॉब्लम दे विच की आउंदा? शिक्षक समाज समस्यावां दे विच जे आपां स्टार्टिंग तो गल करिए तो सब तो पहला स्कूल लगता है, सब तो पहला स्कूल लगता है, शिक्षा वाला स्थान है या इंस्टीट्यूट है, कॉलेज है, यूनिवर्सिटी। उस दे विच सब तो पहली समस्या की आउंदी है? टाइमिंग्स की, कि असीं सब तो पहला टाइम सेट करना हुंदा है कि जिहड़े साडे टाइमिंग्स की होण। फिर उस तो उस जे वो हाले जे असीं स्कूलिंग तो पहला एडमिनिस्ट्रेशन की गल करिए या एडमिनिस्ट्रेशन दे विच बिल्डिंग ब्लॉक आ जाता है, स्टडी मटीरियल जिहड़े अपने फर्नीचर आ जाता है, या स्टूडेंट्स आ जाते हैं भी स्टूडेंट्स कितने होने चाहिए ने, कितने की कैपेसिटी होनी चाहिए है, कितने टीचर होने चाहिए ने, जिन्नी भी एडमिनिस्ट्रेशन लैवल दे उत्ते रिक्वायरमेंट है उस दे नाल संबंधित जिहड़ियां समस्यावां ने वो आंदियां ने। फिर जेकर स्कूल दे विच चलीए आपां, स्कूल दे विच स्टार्टिंग जे आपां लैके चलीए सब तो पहला टाइमिंग्स आ जाता है, फिर मॉर्निंग असेंबली आ जाती है, फिर उस दे नाल रिलेटेड जिहड़ियां समस्यावां ने, बच्चों की प्रेजेंस, बच्चों का घट आना, बच्चों का टाइम ते ना आना, पंचुअलिटी वगैरह। फिर उस तो बाद टीचर्स की गल, क्लासेस की गल आ जाती ने, क्लासेस जिहड़ियां ने क्राउडी नहीं होनी चाहिए, मतलब क्राउडी ना होके जिहड़ियां ने एक साइलेंस मोड ते होने चाहिए कि जिहड़ा बच्चा एक पीसफुल होके जिहड़ा है उसनूं पढ़ सके, समझ सके। तां सिੱਖਿਆ नाल संबंधित जिन्नियां भी समस्यावां ने उन्हां सारिਆਂ ਦਾ इस दे विच निवारण किया जाता है। ठीक है बेटा। उस तो बाद जिहड़ा फिफ्थ पॉइंट है अपना इस दे नाल रिलेटेड, फिफ्थ पॉइंट है 3R to 4H, 3
मतलब की है। हूँ अपना 5th पॉइंट है बेटे 3R2 4H। हूँ 3R का मतलब की है रीडिंग राइटिंग एंड अर्थमेटिक। ठीक है, यानी कि 3 R's रीडिंग राइटिंग एंड अर्थमेटिक इट इज अ मोस्ट इंपॉर्टेंट थिंग फॉर एवरी चाइल्ड। हर एक बच्चे के लिए मोस्ट इंपॉर्टेंट चीज़ां ने। ते जेकर ਆਪਾਂ 4H की गल करिए, हुण 4H की ने 4H ਦੇ ਵਿੱਚ फर्स्ट अपना है हेड, सेकंड है हार्ट, हेड तो बाद साडे हार्ट, थर्ड साडा है हैंड, फोर्थ है हेल्थ। हुण हेड हार्ट हैंड हेल्थ कहते इस दे नाल संबंधित जिन्नियां भी साडियां समस्यावां ने, जिन्नियां साडे एम्स ने, जिन्ने साडे मैथड्स यूज हुंदे ने, उन्हां सारियां चीज़ां दा जिहड़ा अध्ययन है वो इस शाखा दे विच कीता जाता है। इस शाखा दे विच साडे दिमाग दे विच किहड़ियां-किहड़ियां रचनावां चल रहीआं ने, की आउंदा है, उस दे नाल असीं किवें नजिठना है, साडे दिल जिहड़ा साडा हार्ट है मजबूत है या बहुत ज़्यादा सॉफ्ट है, उसको किस तरीके नाल डील करना है, साडी हैंड पावर कितनी है, कितना असीं साडे कोल हैंड दी स्किल है, साडी सेहत किदां दी है, जिन्नियां सारियां समस्यावां ने कहते 3R2 4H तक यानी कि फिजिकल एक्टिविटी तक साडी रीडिंग राइटिंग तो लैके साडी फिजिकल एक्टिविटी तक कितना ज़्यादा साडे नाल रिलेटेड जिन्नी डेवलपमेंट है या जिन्ने भी साडे कंसेप्ट्स ने उन्हां सारियां दा जिहड़ा अध्ययन है इस एजुकेशन दे खेतर दे विच कीता जांदा है। ते जेकर उस तो बाद आपां गल करिए डिमेंशन ऑफ एजुकेटिव प्रोसेस, सिर्फ है डिमेंशंस ऑफ एजुकेटिव प्रोसेस। हुण डिमेंशंस ऑफ एजुकेटिव प्रोसेस दे विच दी गल करिए तां एजुकेटिव प्रोसेस की है? साडा एजुकेटिव प्रोसेस मतलब साडी एजुकेशन दी क्रिया की है, साडी एजुकेशन कितने डिमेंशन उदे दायरे की ने। जे मेडिकल फील्ड की गल की जाती है तो उसके लिए की दायरा बनया हुआ है, इंजीनियरिंग की गल की जाती है तो इंजीनियरिंग के लिए की दायरा बनया हुआ है, एजुकेशन की जी गल की जाती है तो एजुकेशन का जिहड़ा है वो की दायरा बनया हुआ है। इन्हां सारियां चीज़ां दा की मापदंड है, इन्हां दी इवैल्यूएशन किस तरीके नाल हुंदी है, इवैल्यूएशन का जिहड़ा प्रोसेस है वो भी जिहड़ा है एजुकेशन स्कोप दे विच आउंदा है कि असीं एजुकेशन की इवैल्यूएशन किवें करनी है, उसको किस तरीके नाल डिवेलप करना है, उसका एम की है, उसके मैथड्स की ने, तो सारा कुछ जिहड़ा है एजुकेशन स्कोप दे विच जिहड़ा है आउंदा है। बेटे ये जिहड़ा सीगा अपना टॉपिक एजुकेशन स्कोप जे कंक्लूजन की गल करिए तो तुहानूं मैं ऑलरेडी दस चुकी हाँ कि जिहड़ा इसका स्कोप है बहुत जिहड़ा ज़्यादा वाइड है। उस वाइड स्कोप की गल करिए तो उसदे विच कल्ली स्कूलिंग ही नहीं आउंदी बल्कि स्कूल तो बाद दी जिहड़ी सोसाइटी है, जिहड़ा वर्ल्ड है या कंट्री है, वो सारा कुछ इस दे विच काउंट हुंदा है। उहदे नाल जुड़ियां होईयां सिੱਖਿਆ ਦੀਆਂ जिन्नियां भी समस्यावां ने वो सारियां इस दे विच काउंट हुंदियां। क्लीयर है? ते इस दे विच जिहड़ा है एजुकेशनल फिलॉसफी दी जिहड़ी है एजुकेशनल फिलॉसफी की भी गल की जाती है, उसदियां समस्यावां नूं समझिया जाता है, एजुकेशनल साइकोलॉजी की भी गल की जाती है,
ਬੱਚੇ ਦੀਆਂ ਜਿਹੜੀਆਂ ਡਿਵੈਲਪਮੈਂਟ ਹੈ, ਬੱਚੇ ਦੀ ਮੈਂਟਲ ਡਿਵੈਲਪਮੈਂਟ, ਬੱਚੇ ਦੀ ਓਵਰਆਲ ਡਿਵੈਲਪਮੈਂਟ, ਮੋਰਲ ਡਿਵੈਲਪਮੈਂਟ, ਪਰਸਨੈਲਿਟੀ, ਇੰਟਰਸਟ, ਮੋਟੀਵੇਸ਼ਨ, ਯਾਦਾਸ਼ਤ, ਮੈਮਰੀ, ਤਾਂ ਜਿੰਨੀਆਂ ਵੀ ਜਿਹੜੀਆਂ ਸਾਰੇ ਫੀਲਡਸ ਨੇ ਉਹ ਐਜੂਕੇਸ਼ਨਲ ਸਾਈਕੋਲੋਜੀ ਦੇ ਵਿੱਚ ਡਿਸਕਸ ਕੀਤੇ ਜਾਂਦੇ ਨੇ। ਐਜੂਕੇਸ਼ਨਲ ਸੋਸ਼ੀਓਲੋਜੀ ਦੀ ਗੱਲ ਕਰੀਏ ਤਾਂ ਸਮਾਜ ਵਿੱਚ ਵਿਚਰਨ ਵਾਲੇ ਸਮਾਜਿਕ ਪ੍ਰਾਣੀਆਂ ਦੀ ਗੱਲ ਕੀਤੀ ਜਾਂਦੀ ਹੈ ਕਿ ਸਮਾਜ ਦੇ ਵਿੱਚ ਕਿਹੜੇ ਵਰਗ ਨੇ ਜਿਹੜੇ ਉਹ ਵਰਗ ਰਹਿ ਰਹੇ ਨੇ, ਉਹਨਾਂ ਦੀਆਂ ਕੀ ਜ਼ਰੂਰਤਾਂ ਨੇ, ਉਹ ਕਿਸ ਤਰੀਕੇ ਨਾਲ ਸਿੱਖਿਆ ਨਾਲ ਜੁੜੇ ਹੋਏ ਨੇ, ਸਿੱਖਿਆ ਨੂੰ ਕਿਸ ਤਰੀਕੇ ਨਾਲ ਸਿੱਖਿਆ ਜਿਹੜਾ ਹੈ ਸਮਾਜ ਨੂੰ ਬਦਲਣ ਦੇ ਵਿੱਚ ਸਹਾਈ ਹੁੰਦਾ ਹੈ, ਜਾਂ ਕਿਹੜੀ ਸਿੱਖਿਆ ਜਿਹੜੀ ਹੈ ਸਮਾਜ ਨੂੰ ਜਿਹੜੀ ਹੈ ਉੱਚ ਕੈਟਾਗਰੀ ਵੱਲ ਲੈ ਜਾਂਦੀ ਹੈ, ਹਾਈ ਕੈਟਾਗਰੀ ਵੱਲ ਲੈ ਜਾਂਦੀ ਹੈ। ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕੰਪੈਰੀਜ਼ਨ ਆਫ ਹਿਸਟਰੀ ਦੀ, ਕੰਪੈਰੀਜ਼ਨ ਆਫ ਹਿਸਟਰੀ, ਜਿਹੜਾ ਕੰਪੈਰੀਜ਼ਨ ਆਫ ਐਜੂਕੇਸ਼ਨ, ਜਿਹੜੀਆਂ ਸਾਰੀਆਂ ਕੰਪੈਰੀਜ਼ਨਸ ਨੇ ਉਹ ਵੀ ਇਸ ਦੇ ਅਧਿਐਨ ਦੇ ਵਿੱਚ ਆ ਜਾਂਦੀਆਂ ਨੇ। ਜੇ ਆਪਾਂ ਗੱਲ ਕਰੀਏ ਆਪਣੇ ਰਾਈਟਿੰਗ ਸਕਿੱਲ ਤੇ ਅਰਥਮੈਟਿਕ ਸਕਿੱਲ ਦੀ, ਉਹ ਵੀ ਇਸ ਦੇ ਵਿੱਚ ਆ ਜਾਂਦੇ ਨੇ। ਤੇ ਜੇ ਆਪਾਂ ਗੱਲ ਕਰੀਏ ਹਿਸਟਰੀ ਆਫ ਐਜੂਕੇਸ਼ਨ ਦੀ, ਵੀ ਸਿੱਖਿਆ ਦਾ ਜਿਹੜਾ ਹੈ ਉਹ ਪਿਛੋਕੜ ਕਿਸ ਤਰ੍ਹਾਂ ਦਾ ਹੈ, ਉਹ ਵੀ ਇਸ ਦੇ ਵਿੱਚ ਆ ਜਾਂਦਾ ਹੈ। ਠੀਕ ਹੈ ਬੇਟੇ, ਜਿਹੜੀ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਦਾ ਖੇਤਰ ਹੈ ਉਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਵਿਸ਼ਾਲ ਹੈ। ਉਸ ਦੇ ਵਿੱਚ ਇੱਕ ਵਿਅਕਤੀ ਦੇ ਨਿੱਜੀ ਅੰਦਰਲੇ ਗੁਣਾਂ ਤੋਂ ਲੈ ਕੇ ਬਾਹਰਲੇ ਗੁਣਾਂ ਤੱਕ ਦਾ ਜਿਹੜਾ ਵਿਕਾਸ ਹੈ, ਸਮਾਜ ਦਾ ਵਿਕਾਸ ਹੈ, ਦੇਸ਼ ਦਾ ਵਿਕਾਸ ਹੈ, ਸੰਸਾਰ ਦਾ ਜਿਹੜਾ ਵਿਕਾਸ ਹੈ ਉਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹੀ ਆਉਂਦਾ ਹੈ। ਮਨੁੱਖ ਜਿਹੜਾ ਹੈ ਜਨਮ ਲੈਂਦਾ ਹੈ ਤੇ ਮੌਤ ਤੱਕ ਜੀਵਨ ਦੇ ਸਾਰੀ ਉਮਰ ਜਿਹੜੀ ਸਿੱਖਿਆ ਸਿੱਖਦਾ ਹੈ। ਜੀਵਨ ਇੱਕ ਸਿੱਖਿਆ ਹੈ ਔਰ ਸਿੱਖਿਆ ਜਿਹੜੀ ਹੈ ਇੱਕ ਜੀਵਨ ਹੈ। ਤਾਂ ਜੀਵਨ ਦੇ ਰਾਹੀਂ ਹੀ ਜੀਵਨ ਦੇ ਵਿੱਚ ਅਸੀਂ ਸਿੱਖਦੇ ਚਲੇ ਜਾਂਦੇ ਹਾਂ ਤੇ ਸਿੱਖਿਆ ਦੇ ਰਾਹੀਂ ਅਸੀਂ ਜਿਉਣਾ ਸਿੱਖਦੇ ਹਾਂ। ਸਿੱਖਿਆ ਰਾਹੀਂ ਅਸੀਂ ਜਿਉਣਾ ਸਿੱਖਦੇ ਹਾਂ ਔਰ ਜਿੰਦੇ ਅਸੀਂ ਸਿੱਖਿਆ ਲੈਂਦੇ ਰਹਿੰਦੇ ਹਾਂ। ਤਾਂ ਇਹ ਜਿਹੜੀਆਂ ਨੇ ਇਹ ਦੋਨੋਂ ਜਿਹੜੇ ਸਿੱਕੇ ਦੇ ਦੋ ਪਹਿਲੂ ਨੇ, ਦੋਨੋਂ ਇੱਕ ਦੂਜੇ ਦੇ ਇੱਕੋ ਹੀ ਸਿੱਕੇ ਨੂੰ ਮਿਲ ਕੇ ਬਣੇ ਹੋਏ ਨੇ। ਠੀਕ ਹੈ ਜੀ। ਤਾਂ ਜਿਹੜੀ ਅਸੀਂ ਐਜੂਕੇਸ਼ਨ ਸਕੋਪ ਦੀ ਗੱਲ ਕਰੀਏ ਤਾਂ ਇਸ ਦਾ ਖੇਤਰ ਜਿਹੜਾ ਹੈ ਇੰਨਾ ਜ਼ਿਆਦਾ ਵਿਸ਼ਾਲ ਹੈ ਕਿ ਸਾਡੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਇਹ ਛੂੰਹਦਾ ਹੈ। ਤਾਂ ਬੇਟੇ ਇੱਥੇ ਹੀ ਜਿਹੜਾ ਇਹ ਟੌਪਿਕ ਹੈ ਆਪਣਾ ਕੰਪਲੀਟ ਹੁੰਦਾ ਹੈ। ਨੈਕਸਟ ਲੈਕਚਰ ਦੇ ਵਿੱਚ ਆਪਾਂ ਨੈਕਸਟ ਟੌਪਿਕ ਨੂੰ ਡੀਲ ਕਰਾਂਗੇ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।